ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜਿਵੇਂ ਕਿ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨਾਲ ਗੱਲਬਾਤ ਕਰ ਰਹੇ ਸੀ ਕਿ ਸਿੱਖਾਂ ਵੱਲੋਂ ਖਾਸ ਤੌਰ ਤੇ ਕੈਲੀਫੋਰਨੀਆ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਵੱਲੋਂ LA ਦੇ ਵਿੱਚ ਜਿਹੜਾ ਸੈਮੀਨਾਰ ਇੰਡੀਅਨ ਕੌਂਸੂਲੇਟ ਵੱਲੋਂ ਕਰਵਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਇਹਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਤੇ ਕਿਵੇਂ ਇਸ ਸਾਰੇ ਪਾਰਟ ਨੂੰ ਉਹਨਾਂ ਨੇ RSS ਦੇ ਨਾਲ ਜੋੜ ਕੇ ਦੇਖਣ ਦੀ ਗੱਲ ਕਹੀ ਹੈ। ਇਸ ਬਾਬਤ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਆ ਉਹਨੂੰ ਅੱਗੇ ਤੋਰਦੇ ਹਾਂ। ਹੁਣ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਜਿਹੜੀ ਹੈਗੀ ਉਹਨੂੰ ਅੱਗੇ ਤੋਰਦੇ ਹਾਂ। ਹਾਂਜੀ ਹੋਠੀ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ 84 ਦੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਸਵੰਤ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਜਿਹੜੀ ਇਸ ਸੈਮੀਨਾਰ ਬਾਬਤ ਗੱਲਬਾਤ ਕੀਤੀ ਹੈ, ਉਹਨਾਂ ਨੇ ਇਹਨੂੰ ਜਿਹੜਾ ਤਾਲਕਟੋਰਾ ਸਟੇਡੀਅਮ ਦੇ ਵਿੱਚ RSS ਵੱਲੋਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਸਮਾਗਮ ਕਰਵਾਇਆ ਗਿਆ ਸੀ ਉਸੇ ਲੜੀ ਦੇ ਵਿੱਚ ਪਰੋਂਦਿਆਂ ਗੱਲ ਕੀਤੀ ਹੈ ਕਿ ਇਹਨੂੰ ਵੀ ਉਸੇ ਦਿਸ਼ਾ ਨਿਰਦੇਸ਼ ਦੇ ਅਧੀਨ ਦੇਖਿਆ ਜਾਣਾ ਚਾਹੀਦਾ। ਸੋ ਜਦੋਂ ਅਸੀਂ ਇਹਨੂੰ ਉਸੇ ਐਂਗਲ ਤੋਂ ਦੇਖਦੇ ਹਾਂ ਤੇ ਉਸੇ ਲਾਈਨ ਨੂੰ ਟੋ ਕਰਨ ਦੀ ਗੱਲ ਹੈਗੀ ਹੈ ਤਾਂ ਖਾਸ ਤੌਰ ਤੇ ਜਦੋਂ ਅਸੀਂ ਅਮਰੀਕਾ ਦੇ ਵਿੱਚ ਬੈਠ ਕੇ ਗੱਲ ਕਰਦੇ ਹਾਂ, ਭਾਰਤੀ ਕੌਂਸੂਲੇਟ ਦਾ ਸਿੱਧੇ ਤੌਰ ਤੇ ਇਸ ਦੇ ਵਿੱਚ ਇਨਵੋਲਵ ਹੋਣਾ ਕੀ ਮਾਇਨੇ ਰੱਖਦਾ ਹੈ ਕਿ ਇਹ ਡਾਇਸਪੋਰਾ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਭਾਰਤ ਸਰਕਾਰ ਦੀ ਇਹਨੂੰ ਕਿਹਾ ਜਾ ਸਕਦਾ ਤੇ ਇਹ ਜਿਹੜੀ ਗੱਲ ਹੈਗੀ ਹੈ ਇਹ ਕੀ ਮਾਇਨੇ ਰੱਖਦੀ ਹੈ ਡਾਇਸਪੋਰਾ ਸਿੱਖਾਂ ਦੇ ਲਈ, ਅਮਰੀਕਾ ਦੇ ਵਿੱਚ ਬੈਠਿਆਂ ਸਿੱਖਾਂ ਦੇ ਲਈ? ਮੇਰੇ ਖਿਆਲ ਮੁਤਾਬਕ ਅਮਰਵੀਰ ਸਿੰਘ ਜੀ ਜੋ ਆਪਨੇ ਦਿੱਲੀ ਦੀ ਗੱਲ ਕੀਤੀ ਉਹਦੇ ਵਿੱਚ ਕਾਫੀ ਕੁਝ ਜਿਹੜਾ ਉਹ ਕਲੀਅਰ ਹੋ ਗਿਆ ਸੀ ਕਿ ਜਿਹੜੇ ਇਹ ਫੰਕਸ਼ਨ ਕਰਾਏ ਜਾ ਰਹੇ ਨੇ ਜਾਂ ਉਹ ਦਿੱਲੀ ਦੇ ਵਿੱਚ ਹੋਇਆ, ਕੱਲ ਨੂੰ ਲਾਸ ਐਂਜਲਸ ਦੇ ਵਿੱਚ ਹੋਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦੀ ਉਹਨਾਂ ਦੀ ਯੋਜਨਾ ਹੋਵੇ। ਪਰ ਮੇਰੇ ਤਾਂ ਖਿਆਲ ਮੁਤਾਬਕ ਇਹ ਹੈ ਕਿ ਸਾਡੇ ਗੁਰੂਆਂ ਪੀਰਾਂ ਦਾ ਜਿਹੜਾ ਦਿਨ ਮਨਾਉਣਾ ਇਹ ਕੋਈ ਵੀ ਮਨਾ ਸਕਦਾ, ਪਰ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵੱਖਰੀ ਕੌਮ ਦੀ ਸਿਰਜਣਾ ਕੀਤੀ ਔਰ ਉਸ ਕੌਮ ਨੂੰ ਹਾਲੇ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਵੱਖਰੀ ਕੌਮ ਨੂੰ ਸੰਵਿਧਾਨਕ ਤੌਰ ਤੇ ਮਾਨਤਾ ਨਹੀਂ ਦਿੱਤੀ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਜੀਵਨ ਦੀ ਫਿਲਾਸਫੀ ਜਾਂ ਉਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਸਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਕਿ ਜਿਹੜੇ ਵਿਅਕਤੀ ਜਾਂ ਉਹ ਜਨਰਲ ਕੌਂਸੂਲੇਟ ਹੋਵੇ ਜਾਂ ਹੋਰ ਕੋਈ RSS ਵਰਗੀ ਸਿੱਖ ਸੰਸਥਾ ਹੋਵੇ, ਉਹ ਬਾਹਰੋਂ ਤਾਂ ਸ਼ੋਅ ਇਵੇਂ ਕਰਦੇ ਆ ਵੀ ਰਾਸ਼ਟਰੀ ਸਿੱਖ ਸੰਗਤ ਹੈ, ਪਰ ਕੀ ਉਹ ਉਸ ਫਿਲਾਸਫੀ ਨੂੰ ਮੰਨਦੇ ਨੇ, ਆਪਣੇ ਜੀਵਨ ਦੇ ਵਿੱਚ ਉਹ ਧਾਰਨ ਕਰਦੇ ਨੇ? ਜੇਕਰ ਉਹ ਕਰਦੇ ਨੇ ਤੇ ਬਹੁਤ ਵਧੀਆ ਗੱਲ ਹੈ ਕਿ ਉਹ ਇਸ ਗੁਰਪੁਰਬ ਨੂੰ ਗੁਰੂ ਘਰਾਂ ਦੇ ਵਿੱਚ ਆ ਕੇ ਮਨਾਉਣ, ਸਿੱਖਾਂ ਨੂੰ ਇੱਕ ਸਿੱਖ ਵੱਖਰੀ ਕੌਮ ਮੰਨਣ, ਇਹ ਤਾਂ ਠੀਕ ਹੈ। ਪਰ ਜੋ ਸਿੱਖ ਕੌਮ ਦੇ ਸਿਧਾਂਤ ਨੇ, ਵਡਮੁੱਲੇ ਸਿਧਾਂਤ ਨੇ ਔਰ ਜਿਹੜੇ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ 10 ਪਾਤਸ਼ਾਹੀਆਂ ਨੇ ਜੋ ਕੁਝ ਸਿੱਖੀ ਦੇ ਪੱਲੇ ਪਾਇਆ ਉਹਨੂੰ ਤੋੜ ਮਰੋੜ ਕੇ ਜਿਹੜੇ ਤੱਥ ਨੇ ਉਹ ਪੇਸ਼ ਕੀਤੇ ਜਾ ਰਹੇ ਨੇ, ਉਹ ਸਕੂਲਾਂ ਦੇ ਵਿੱਚ ਕਿਤਾਬਾਂ 'ਚ ਹੋਵੇ ਜਾਂ ਉਹ ਇਹੋ ਜਿਹੇ ਪ੍ਰੋਗਰਾਮ ਅਲੀਕ ਕੀਤੇ ਜਾਣ। ਕਹਿਣ ਤੋਂ ਭਾਵ ਉਹ ਸਮਾਂ ਲੰਘ ਚੁੱਕਾ ਜਦੋਂ ਸਿੱਖ ਅਵੇਕਲੇ ਸੀ। ਹੁਣ ਉਹ ਦੇਸ਼ ਹੋਵੇ ਜਾਂ ਪ੍ਰਦੇਸ਼ ਹੋਵੇ, ਉਹਦੇ ਵਿੱਚ ਸਿੱਖ ਜਿਹੜਾ ਉਹ ਜਾਗਰੂਕ ਆ, ਉਹ ਆਪਣੇ ਧਰਮ ਪ੍ਰਤੀ, ਆਪਣੇ ਸਿੱਖੀ ਸਿਧਾਂਤਾਂ ਪ੍ਰਤੀ ਪੂਰਾ ਜਾਗਰੂਕ ਹੈ। ਠੀਕ ਹੈ ਕਿ ਕਈ ਵਾਰੀ ਕਿਸੇ ਪ੍ਰੋਗਰਾਮ ਦਾ ਜਿਹੜਾ ਪਤਾ ਨਹੀਂ ਲੱਗਦਾ, ਜਿਵੇਂ ਸਿਆਣਿਆਂ ਦੀ ਕਹਾਵਤ ਹੈ ਕਿ ਉਹ ਮਿੱਠੀਆਂ ਗੰਦਲਾਂ ਦੇ ਵਿੱਚ ਜ਼ਹਿਰ ਲਪੇਟ ਕੇ ਦਿੱਤੀ ਜਾ ਰਹੀ ਹੈ। ਕੱਲ ਮੈਂ ਅਖਬਾਰ ਦੇ ਵਿੱਚ ਪੜ੍ਹਦਾ ਸੀ ਕਿ ਇਸ ਪ੍ਰੋਗਰਾਮ ਦੇ ਵਿੱਚ 4 ਉੱਥੋਂ ਦੇ ਗੁਰੂ ਘਰ ਵੀ ਸ਼ਾਮਲ ਸੀ। ਜਿਉਂ-ਜਿਉਂ ਉਹਨਾਂ ਗੁਰੂ ਘਰਾਂ ਨੂੰ ਪਤਾ ਲੱਗਾ ਕਿ ਇਹਦੇ ਪਿਛੋਕੜ ਦੇ ਵਿੱਚ ਕੀ ਹੈ ਤੇ ਉਹਨਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ
ਜਿਹੜਾ ਆਪਣਾ ਇਸ ਪ੍ਰੋਗਰਾਮ ਨਾਲ ਨਾਤਾ ਤੋੜਿਆ। ਮੈਂ ਸਮਝਦਾ ਕਿ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਹ ਵਧਾਈ ਦੀਆਂ ਪਾਤਰ ਨੇ। ਜਿਵੇਂ ਦਿੱਲੀ ਦੇ ਵਿੱਚ ਇੱਕ ਇਹ ਜਿਹੜਾ ਗੁਰਪੁਰਬ ਦੇ ਨਾਂ ਦੇ ਉੱਤੇ ਕੀਤਾ ਗਿਆ ਸਮਝ ਲਓ ਡਰਾਮਾ, ਉਹ ਫਲਾਪ ਹੋਇਆ। ਉੱਥੇ ਕਿਵੇਂ ਪੱਗਾਂ ਬਣਾ ਕੇ ਇੱਕ ਸਿੱਖਾਂ ਦੀ ਸ਼ਕਲ ਵਰਗੇ ਜਿਹੜੇ ਉਹ ਕੇਸਾਧਾਰੀ ਲੋਕਾਂ ਨੂੰ ਇੱਕ ਇਹ ਦਿਖਾਇਆ ਗਿਆ ਕਿ ਸਿੱਖ ਨੇ, ਪਰ ਸਿੱਖਾਂ ਦੀ ਕੋਈ ਵੀ ਨੁਮਾਇੰਦਾ ਜਮਾਤ, ਕੋਈ ਵੀ ਸਿੱਖਾਂ ਦਾ ਜ਼ਿੰਮੇਵਾਰ ਜਿਹੜਾ ਆਗੂ ਸੀ ਉਹ ਉੱਥੇ ਨਹੀਂ ਪਹੁੰਚਿਆ। ਸੋ ਮੈਂ ਸਮਝਦਾ ਵੀ ਸ੍ਰੀ ਅਕਾਲ ਤਖ਼ਤ ਵੱਲੋਂ ਵੀ ਭਾਵੇਂ ਕਿ ਸਮੇਂ ਸਿਰ ਅੱਜ ਸਾਡੇ ਅਕਾਲ ਤਖ਼ਤ ਸਾਹਿਬ ਵੀ ਇਸ ਰਾਜਨੀਤੀ ਦੇ ਪ੍ਰਭਾਵ ਥੱਲੇ ਨੇ, ਪਰ ਇਸ ਮੌਕੇ ਦੇ ਉਹਨਾਂ ਨੇ ਵੀ ਜਿਹੜਾ ਇਹ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਹਦਾ ਅਸਰ ਵੀ ਬੜਾ ਪਿਆ। ਤੇ ਮੈਂ ਸਮਝਦਾ ਕਿ ਜਿਹੜਾ ਵਿਦੇਸ਼ੀ ਸਿੱਖ ਆ ਇਹ ਇਸ ਵੇਲੇ ਬਹੁਤ ਜਾਗਰੂਕ ਆ ਆਪਣੇ ਸਿਧਾਂਤਾਂ ਪ੍ਰਤੀ, ਆਪਣੀ ਸਿੱਖੀ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ। ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹੋ ਜਿਹੇ ਪ੍ਰੋਗਰਾਮ ਹੋਰ ਵੀ ਕਿਤੇ ਹੋਣਗੇ ਤੇ ਇਹ ਸਿੱਖਾਂ ਦਾ ਫਰਜ਼ ਹੀ ਬਣਦਾ ਕਿ ਕੱਲ ਨੂੰ ਉੱਥੇ ਜੋ ਮੁਜ਼ਾਹਰਾ ਰੱਖਿਆ ਤੇ ਉਹ ਸਿੱਖ ਜਿਹੜਾ ਆਪਣੇ ਹੱਕ ਨੂੰ ਸਮਝਦਾ ਹੋਇਆ ਪ੍ਰੋਟੈਸਟ ਕਰਨਗੇ ਕਿ ਭਾਈ ਇਹ ਜੋ ਸਿੱਖਾਂ ਦੇ ਨਾਲ ਇੱਕ ਧੱਕਾ ਹੈ, ਸਿੱਖ ਕੌਮ ਨਾਲ ਧੱਕਾ ਹੈ, ਸਿੱਖੀ ਨੂੰ ਜਿਹੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਹਰਗਿਜ਼ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਜੀ ਜਸਵੰਤ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਿੱਖਾਂ ਨੂੰ ਇਹ ਜਿਹੜੇ ਘੁਸਪੈਠ ਦੀ ਲਾਈਨ ਹੈਗੀ ਇਹਨੂੰ ਨਹੀਂ ਬਰਦਾਸ਼ਤ ਕਰਨਾ ਚਾਹੀਦਾ, ਪਰ ਜਦੋਂ ਅਸੀਂ ਜਥੇਬੰਦਕ ਹੋ ਕੇ ਇਹਨੂੰ ਟੈਕਲ ਕਰਨ ਦੀ ਗੱਲ ਕਰਦੇ ਹਾਂ ਜਾਂ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਬਾਬਤ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਇੱਥੇ ਅਮਰੀਕਾ ਦੇ ਵਿੱਚ, ਤਾਂ ਕਿ ਜਥੇਬੰਦਕ ਹੋ ਕੇ ਕੋਈ ਇੱਦਾਂ ਦਾ ਫੋਰਮ ਬਣਾਇਆ ਜਾਵੇ ਜਾਂ ਕੋਈ ਉਪਰਾਲਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਐਕਟ ਕਰਨ ਦੀ ਥਾਂ ਤੇ ਇਹਨੂੰ ਪ੍ਰੀਐਂਪਟ ਕਰਕੇ ਇਹਨੂੰ ਅਸੀਂ ਰੋਕ ਸਕੀਏ ਇੱਦਾਂ ਦੇ ਜਿਹੜੇ ਕਦਮ ਹੁੰਦੇ ਆ? ਅਮਰਵੀਰ ਸਿੰਘ ਜੀ, ਇੱਕ ਤਾਂ ਸਿੱਖ ਦੇ ਪਾਸ ਅਰਦਾਸ ਆ, ਸੱਚੇ ਪਾਤਸ਼ਾਹ ਦੇ ਮੂਹਰੇ ਅਰਦਾਸ ਆ ਕਿ ਇਹੋ ਜਿਹੇ ਜਿਹੜੇ ਘਿਨਾਉਣੀਆਂ ਹਰਕਤਾਂ ਨੇ ਇਹ ਲੋਕ ਇਹਨਾਂ ਤੋਂ ਬਾਜ ਆਉਣ। ਪਰ ਅਸੀਂ ਸਮੇਂ ਸਿਰ ਏਰੀਏ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਸੈਮੀਨਾਰ ਕਰਵਾ ਕੇ, ਕਿਉਂਕਿ ਆਪ ਜੀ ਨੂੰ ਪਤਾ ਕਿ ਇੱਥੇ ਦੋ ਤਰ੍ਹਾਂ ਦੇ ਜਿਹੜੇ ਵਿਦਵਾਨ, ਉਹ ਦੋ ਲਾਈਨਾਂ ਨੇ। ਇੱਕ ਲਾਈਨ ਤਾਂ ਇਹ ਹੈ ਕਿ ਜਿਹੜੇ ਪੰਥ ਚੋਂ ਛੇਕੇ ਹੋਏ ਨੇ, ਜਿਵੇਂ ਕੱਲ ਨੂੰ ਵੀ ਉੱਥੇ ਇੱਕ ਪੰਥ ਚੋਂ ਛੇਕਿਆ ਹੋਇਆ ਪਿਸ਼ੌਰਾ ਸਿੰਘ, ਉਹਦੇ ਪਿਛੋਕੜ ਬਾਰੇ ਮੇਰਾ ਖਿਆਲ ਨਹੀਂ ਕਿਸੇ ਨੂੰ ਕੋਈ ਦੱਸਣ ਦੀ ਲੋੜ ਕਿ ਜੋ ਕੁਝ ਉਸਨੇ ਪਿਛਲੇ ਸਮੇਂ 'ਚ ਕੀਤਾ। ਤੇ ਅੱਜ ਵੀ ਪੰਥ ਵਿੱਚੋਂ ਛੇਕਿਆ ਕੋਈ ਵਿਦਵਾਨ ਉੱਥੇ ਜਾ ਕੇ ਬੋਲਦਾ ਤੇ ਮੇਰਾ ਖਿਆਲ ਉਹਦੀ ਕੋਈ ਕੀਮਤ ਨਹੀਂ। ਤੇ ਅਸੀਂ ਪੰਜਾਬ ਦੀ ਧਰਤੀ ਤੋਂ ਜਾਂ ਇੱਥੋਂ ਜਿਹੜੇ ਵੱਖ-ਵੱਖ ਜਿਹੜੇ ਵਿਦਵਾਨ ਨੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਡਿਬੇਟ ਕਰਦੇ ਨੇ ਜਾਂ ਉਹ ਸਾਡੇ ਸਹੀ ਸਿਧਾਂਤਾਂ ਨੂੰ ਅਗਾੜਦੇ ਨੇ, ਉਹਨਾਂ ਦੇ ਅਸੀਂ ਅਮਰੀਕਾ ਦੇ ਵਿੱਚ ਵੱਖ-ਵੱਖ ਜਗ੍ਹਾ ਸੈਮੀਨਾਰ ਵੀ ਕਈ ਜਗ੍ਹਾ ਕਰਵਾਏ ਨੇ। ਸੋ ਜਿੰਨਾ ਕੁ ਵੀ ਉਪਰਾਲਾ ਪਿਛਲੇ ਸਮੇਂ 'ਚ ਹੋਇਆ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਹਰ ਵੱਡੇ ਫੰਕਸ਼ਨ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ। ਔਰ ਇਹਦੇ ਲਈ ਇੱਕ ਮੇਰਾ ਖਿਆਲ ਆ ਕਿ ਕੋਈ ਵਿਦਵਾਨਾਂ ਦੀ ਇਸ ਪੱਖ ਤੋਂ ਘਾਟ ਨਹੀਂ। ਜਿੱਥੇ ਕਿਤੇ ਵਿਦਵਾਨਾਂ ਨੂੰ ਪਤਾ ਲੱਗਦਾ ਕੱਲ ਦੇ ਇਸ ਜਿਹੜਾ ਮੁਜ਼ਾਹਰਾ ਉਹਦੇ ਵਿੱਚ ਵੀ ਹੋ ਸਕਦਾ ਕਿ ਲਾਸ ਐਂਜਲਸ ਤੋਂ ਕੁਝ ਜਿਹੜੇ ਵਿਦਵਾਨ ਨੇ ਉਹ ਉੱਥੇ ਪਹੁੰਚ ਕੇ ਮੁਜ਼ਾਹਰਾ ਕਰਨ। ਪਰ ਜਿਹੜੇ ਵਿਦਵਾਨ ਨੇ ਉਹਨਾਂ ਨੇ ਵੀ ਸ਼ਰੇਆਮ ਜਿਹੜਾ ਖੁੱਲੇ ਤੌਰ ਤੇ ਚੈਲੰਜ ਕੀਤਾ ਹੋਇਆ ਕਿ ਇਹੋ ਜਿਹੇ ਜਿਹੜੇ ਪੰਥ ਚੋਂ ਛੇਕੇ ਵਿਦਵਾਨ ਨੇ ਜੋ ਸਿੱਖ ਕੌਮ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ, ਜੋ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੇ ਨੇ, ਤਾਂ ਉਹਨਾਂ ਨੂੰ ਖੁੱਲੀ ਡਿਬੇਟ ਲਈ ਚੈਲੰਜ ਵੀ ਕੀਤਾ ਹੋਇਆ। ਪਰ ਹੁਣ ਸੱਚ ਦਾ ਮੁਕਾਬਲਾ ਜਿਹੜਾ ਇਹ ਲੋਕ ਨਹੀਂ ਕਰ ਸਕਦੇ। ਸੋ ਲੁਕ ਛਿਪ ਕੇ ਜੇ ਇਹੋ ਜਿਹੀਆਂ ਹਰਕਤਾਂ ਕਰਦੇ ਵੀ ਆ ਤਾਂ ਪਰ ਫਿਰ ਵੀ ਸਿੱਖ ਆਪਣਾ ਜਿੰਨੇ ਉਹਨਾਂ ਕੋਲ ਹੀਲੇ ਵਸੀਲੇ ਨੇ ਉਹ ਹਰ ਥਾਂ ਜਿਹੜਾ ਸਿੱਖ ਹੈ ਉੱਥੇ ਪਹੁੰਚਣਾ ਤੇ ਕਿਸੇ ਨਾ ਕਿਸੇ ਤਰ੍ਹਾਂ ਇਹ ਅਸੀਂ ਇਹਦਾ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਇਹਦੀ ਵਿਰੋਧਤਾ ਕੀਤੀ ਜਾਵੇ ਔਰ ਸਿੱਖ ਦਾ ਫਰਜ਼ ਵੀ ਬਣਦਾ ਹੈ। ਜੀ ਬਿਲਕੁਲ ਜਸਵੰਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਸ ਇਸ਼ੂ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਇੱਥੇ ਹੀ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਜੀ। ਆਪਣੇ ਅਮਰਵੀਰ ਸਿੰਘ ਜੀ, ਤੁਹਾਡਾ ਅਦਾਰਾ TV 84 ਸਮੇਂ ਸਿਰ ਸਿੱਖਾਂ ਨੂੰ ਜੋ ਸੁਚੇਤ ਕਰਦਾ, ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਹਾਡੇ ਅਦਾਰੇ ਨੂੰ ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ।
ਇਵੇਂ ਤੁਸੀਂ ਕੌਮ ਦੇ ਚੌਕੀਦਾਰ ਬਣ ਕੇ ਹੁੱਕਾ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਵਿਊਅਰਸ, ਅੱਜ ਅਸੀਂ ਇਸ ਸਾਰੇ ਸੈਮੀਨਾਰ ਬਾਰੇ, ਕਿਵੇਂ ਸਿੱਖਾਂ ਨੂੰ ਇਹ ਪ੍ਰਭਾਵਿਤ ਕਰ ਰਹੀ ਹੈ ਸਾਰੀ ਗੱਲ, ਤੇ ਕਿਉਂ ਇਹਦੇ ਪਿੱਛੇ ਕਾਰਨ ਕੀ ਨੇ, ਇਸ ਬਾਬਤ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ, ਮੋਢੀ ਨੇ, ਉਹਨਾਂ ਨਾਲ ਅੱਜ ਗੱਲ ਕੀਤੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।